जिन्होंने यही नहीं समझ लगता भी कि आस्ट्रेलिया ਨੂੰ ਆਪਾਂ ਕਿਵੇਂ ਟੈਕਲ ਕਰਨਾ। ਤੁਹਾਡੀ 100% ਰਿਜੈਕਸ਼ਨ ਹੋ ਸਕਦੀ ਆ। ਇੱਕ ਗਲਤੀ ਕੀਤੀ ਹੋਈ ਤੁਹਾਡੀ ਅਗਲੇ 4 ਮਹੀਨੇ ਖਰਾਬ ਕਰ ਸਕਦੀ ਹੈ। ਤੁਹਾਡੀ ਜੀਟੀ ਦਾ ਰਿਜ਼ਲਟ ਵੀ ਜ਼ੀਰੋ ਹੋ ਸਕਦਾ ਜੇ ਕਿਤੇ ਵੀ ਤੁਸੀਂ ਇਦਾਂ ਦੀ ਗਲਤੀ ਕਰਦੇ ਹੋ। ਇੱਕ ਰਾਈਟ ਫੈਸਲਾ ਲਿਆ ਹੋਇਆ, ਇੱਕ ਸਹੀ ਡਾਕੂਮੈਂਟਸ ਤੁਹਾਡੇ ਲੈ ਕੇ ਆਏ ਤੁਹਾਨੂੰ ਫੈਬ ਇਨਟੇਕ ਦੇ ਵਿੱਚ ਆਸਟ੍ਰੇਲੀਆ ਪਹੁੰਚਾ ਸਕਦੀ ਹੈ। सत श्री अकाल जी सारिਆਂ ਨੂੰ मैं रवनीत ESS ग्लोबल तो ਅੱਜ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਲਈ। ਆਸਟ੍ਰੇਲੀਆ ਕੋਈ ਵੀ ਬੰਦਾ ਜਦੋਂ ਸੁਣਦਾ ਉਹਦੇ ਮਨ 'ਚ ਦੋ ਸਵਾਲ ਸਭ ਤੋਂ ਪਹਿਲਾਂ ਆਉਂਦੇ ਨੇ। ਆਸਟ੍ਰੇਲੀਆ ਯਾਰ ਪ੍ਰੋਸੈਸ ਬਹੁਤ ਲੰਬਾ ਆ, ਕਾਗਜ਼ ਪੱਤਰ ਬਹੁਤ ਇਕੱਠੇ ਕਰਨੇ ਪੈਂਦੇ ਆ, ਮਹਿੰਗਾ ਬਹੁਤ ਆ, ਫੀਸਾਂ ਬਹੁਤ ਆ, ਛੱਡ ਆਪਾਂ ਨਹੀਂ ਜਾਣਾ ਆਸਟ੍ਰੇਲੀਆ ਦੇ ਲਈ। ਕੁਝ ਬੰਦਿਆਂ ਦੇ ਮਨ 'ਚ ਹੁੰਦਾ ਹੈ ਕਿ ਉਹਦੀ ਫਾਰਮੈਲਿਟੀਜ਼ ਬਹੁਤ ਜ਼ਿਆਦਾ ਆ, ਵਿਆਹ ਪੁਰਾਣਾ ਚਾਹੀਦਾ, ਫੰਡ ਪੁਰਾਣੇ ਚਾਹੀਦੇ ਨੇ, ਰੀਸੈਂਟ ਪਾਸ ਆਊਟ ਚਾਹੀਦਾ, ਨੰਬਰ ਇੰਨੇ ਚਾਹੀਦੇ, ਆਰਟਸ ਵਾਲੇ ਬੱਚੇ ਨੇ। ਸੋ ਇਦਾਂ ਦੇ ਬਹੁਤ ਸਾਰੇ ਸਵਾਲ ਆ ਜਿਹੜੇ ਸਟੂਡੈਂਟਸ ਦੇ ਮਨ ਦੇ ਵਿੱਚ ਆਉਂਦੇ, ਜਿਹਦੇ ਕਰਕੇ ਇੱਕ ਡਰ ਪੈਦਾ ਹੋਇਆ ਆਸਟ੍ਰੇਲੀਆ ਨੂੰ ਲੈ ਕੇ। ਇਹ ਜਿਹੜੇ ਉਹਨਾਂ ਦੇ ਸਟੈਟਿਕਸ ਦੱਸਦੇ ਨੇ ਕਿ 62,000 ਦੇ ਜਿਹੜੀ ਐਪਲੀਕੇਸ਼ਨ ਸੀ ਜੂਨ ਮੰਥ ਦੇ ਵਿੱਚ ਅੰਬੈਸੀ ਦੇ ਵਿੱਚ ਸਬਮਿਟ ਹੋਈ ਸੀਗੀ। ਦੈਟ ਮੀਨਸ ਸਟੂਡੈਂਟ ਅੱਜ ਵੀ ਇੰਟਰਸਟਿਡ ਆ ਆਸਟ੍ਰੇਲੀਆ ਦੇ ਲਈ। ਸਿਰਫ ਫਰਕ ਇੱਥੇ ਪੈਗਾ ਜਿਹੜਾ ਕੋਵਿਡ ਦੇ ਕਰਕੇ 2 ਸਾਲ ਕੰਟਰੀ ਬੰਦ ਰਹੀ ਹੈ, ਉਹਦੇ ਕਰਕੇ ਸਟੂਡੈਂਟ ਦਾ ਸਾਰਾ ਮਾਈਂਡ ਜਿਹੜਾ ਸੀ ਉਹ ਡਾਇਵਰਟ ਹੋ ਗਿਆ ਕੈਨੇਡਾ ਦੇ ਲਈ। ਬਟ ਅੱਜ ਆਪਾਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਮੋਸਟ ਇੰਪੋਰਟੈਂਟ ਪਾਰਟ ਜਿਹੜਾ ਹੈਗਾ ਜੀਟੀ ਦਾ, ਕਿ ਕਿਹੜੇ ਸਟੂਡੈਂਟਸ ਆ ਜਿਨ੍ਹਾਂ ਨੂੰ ਇਹੀ ਨਹੀਂ ਸਮਝ ਲੱਗਦਾ ਵੀ ਕਿ ਆਸਟ੍ਰੇਲੀਆ ਨੂੰ ਆਪਾਂ ਕਿਵੇਂ ਟੈਕਲ ਕਰਨਾ, ਕਿਹੜੇ ਡਾਕੂਮੈਂਟਸ ਦੇਣੇ ਔਰ ਕਿਸ ਸਟੇਜ ਦੇ ਉੱਤੇ ਦੇਣੇ ਆ। ਜਾਂ ਤੇ ਏਜੰਟ ਨਹੀਂ ਪ੍ਰੋਪਰ ਗਾਈਡ ਕਰ ਪਾ ਰਿਹਾ, ਜਾਂ ਕਿਤੇ ਨਾ ਕਿਤੇ ਸਟੂਡੈਂਟ ਉਸ ਚੀਜ਼ ਨੂੰ ਪ੍ਰੋਪਰਲੀ ਅੰਡਰਸਟੈਂਡ ਨਹੀਂ ਕਰ ਪਾਇਆ, ਕਿਉਂਕਿ ਮਾਰਕੀਟ ਦੇ ਵਿੱਚ ਅੱਜ ਵੀ 90% ਏਜੰਟਸ ਜਿਹੜੇ ਉਹ ਕੈਨੇਡਾ ਦਾ ਕੰਮ ਕਰਦੇ ਨੇ। ਆਸਟ੍ਰੇਲੀਆ ਨੂੰ ਇਸ ਕਰਕੇ ਨਹੀਂ ਹੱਥ ਲਾਉਂਦੇ ਕਿਉਂਕਿ ਕਹਿੰਦੇ ਕਿ ਸਾਡੇ ਸਮਝ ਹੀ ਨਹੀਂ ਲੱਗ ਰਿਹਾ ਆਸਟ੍ਰੇਲੀਆ। ਅਸੀਂ ਖੁਦ ਜਦੋਂ ਕੁਝ ਏਜੰਟਸ ਨਾਲ ਗੱਲ ਕਰਦੇ ਉਹ ਕਹਿੰਦਾ ਭਾਜੀ ਜਦ ਤੱਕ ਆਸਟ੍ਰੇਲੀਆ ਦਾ ਇੱਕ ਵੀਜ਼ਾ ਫਾਈਲ ਲਾਣਾ ਆ ਤਦ ਤੱਕ ਕਹਿੰਦਾ ਕੈਨੇਡਾ ਦੀਆਂ 10-15 ਫਾਈਲਾਂ ਐਮਬੈਸੀ 'ਚ ਲਾ ਲਈਆਂ। ਸੋ ਉੱਥੋਂ ਇਹ ਸਮਝ ਲੱਗੀ ਕਿ ਕਿਤੇ ਨਾ ਕਿਤੇ ਨੌਲੇਜ ਦੀ ਕਮੀ ਜਿਹੜੀ ਉਹ ਏਜੰਟ ਵਾਲੀ ਸਾਈਡ 'ਤੇ ਵੀ ਹੈ, ਸਟੂਡੈਂਟ ਤੇ ਕਨਫਿਊਜ਼ ਹੈ ਹੀ ਹੈ। ਸੋ ਆਸਟ੍ਰੇਲੀਆ ਦੀ ਜੀਟੀ ਦੀ ਗੱਲ ਕਰਦੇ ਹਾਂ। ਜੀਟੀ ਦੇ ਵਿੱਚ ਆਸਟ੍ਰੇਲੀਆ ਦੀ ਕਿਹੜੀਆਂ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ। ਪਹਿਲਾਂ ਤਾਂ ਜਿਹੜੇ 12ਵੀਂ ਪਾਸ ਆਊਟ ਸਟੂਡੈਂਟਸ ਨੇ ਉਹਨਾਂ ਲਈ ਗੈਪ ਬਹੁਤ ਵੱਡਾ ਕ੍ਰੂਸ਼ਲ ਪਾਰਟ ਆ। 12ਵੀਂ 2022  'ਚ ਆ ਤੁਹਾਡੀ ਇਸ ਸਾਲ ਦੀ 'ਚ ਆਪਣੀ ਐਪਲੀਕੇਸ਼ਨ ਹੁਣੇ ਫਰਵਰੀ ਇਨਟੇਕ ਲਈ ਦਰਜ ਕਰ ਲਓ, ਠੀਕ ਹੈ। ਤੁਹਾਡਾ ਕੋਈ ਗੈਪ ਪ੍ਰੂਫ ਨਹੀਂ ਯੂਨੀਵਰਸਿਟੀ ਨੂੰ ਜਾਂ ਕਾਲਜ ਨੂੰ ਚਾਹੀਦਾ। ਫੰਡਸ ਤੁਹਾਡੇ ਹੋਣੇ ਚਾਹੀਦੇ ਨੇ, ਇਨਕਮ ਪਰਿਵਾਰ ਦੀ ਹੋਣੀ ਚਾਹੀਦੀ ਆ। ਖਾਸ ਖਿਆਲ ਇਹ ਚੀਜ਼ ਰੱਖਣਾ ਆਪਣੀ ਫਾਈਲ ਦੇ ਵਿੱਚ ਕਿ ਜਿਹੜੀ ਇਨਕਮ ਆ ਉਹ ਤੁਹਾਡੀ ਫੀਸ ਨਾ ਤੁਹਾਡੇ 3 ਸਾਲਾਂ ਦੇ ਖਰਚਿਆਂ ਨਾਲ ਮੈਚ ਕਰਦੀ ਹੋਣੀ ਚਾਹੀਦੀ ਆ। ਇਹ ਨਹੀਂ ਤੁਸੀਂ ਯੂਨੀਵਰਸਿਟੀ ਉਹ ਚੂਜ਼ ਕੀਤੀ ਜਿਹਦੀ 17-18 ਲੱਖ ਰੁਪਇਆ 1 ਸਾਲ ਦੀ ਫੀਸ ਆ ਤੇ ਤੁਸੀਂ ਪਰਿਵਾਰ ਦੀ ਆਮਦਨ ਲਾ ਰਹੇ ਹੋ ਕੈਨੇਡਾ ਦੇ ਵਾਂਗੂ 7 ਲੱਖ ਰੁਪਇਆ ਜਾਂ 8 ਲੱਖ ਰੁਪਇਆ ਸਾਲ ਦੀ। ਤੁਹਾਡੀ 100% ਰਿਜੈਕਸ਼ਨ ਹੋ ਸਕਦੀ ਆ ਇਸ ਚੀਜ਼ ਦੇ ਉੱਤੇ, ਕਿਉਂਕਿ ਵੀਜ਼ਾ ਆਫਿਸਰ ਜਾਂ ਯੂਨੀਵਰਸਿਟੀ ਜੀਟੀ ਇਸ ਚੀਜ਼ ਨੂੰ ਜ਼ਰੂਰ ਦੇਖੇਗੀ ਕਿ ਤੁਸੀਂ ਅਗਲੇ ਸਾਲ ਦੀ ਫੀਸ ਜਾਂ ਉਸ ਤੋਂ ਅਗਲੇ ਸਾਲ ਦੀ ਫੀਸ ਕਿਵੇਂ ਮੈਨੇਜ ਕਰਨੀ ਆ, ਜਾਂ ਤੁਹਾਡੇ ਪਰਿਵਾਰ ਨੇ ਆਪਣਾ ਗੁਜ਼ਾਰਾ ਕਿੱਥੋਂ ਕਰਨਾ ਵਾ ਜੇ ਤੁਸੀਂ ਇੰਨੇ ਪੈਸੇ ਲਾ ਕੇ ਆਸਟ੍ਰੇਲੀਆ ਜਾ ਰਹੇ ਹੋ। ਪਲੱਸ ਜੇ ਤੁਸੀਂ ਇੰਨੇ ਪੈਸੇ ਆਸਟ੍ਰੇਲੀਆ 'ਚ ਆਪਣੇ ਉੱਤੇ ਖਰਚ ਕਰ ਰਹੇ ਹੋ, ਇਹਨਾਂ ਦੀ ਤੁਹਾਨੂੰ ਫਿਊਚਰ 'ਚ ਵੈਲਿਊ ਕੀ ਮਿਲਣੀ ਆ? ਕੀ ਤੁਸੀਂ ਉਹਨੇ ਪੈਸੇ ਆਪਣੀ ਪੜ੍ਹਾਈ ਤੋਂ ਬਾਅਦ ਕਮਾ ਕੇ ਸਾਰਾ ਘਾਟਾ ਪੂਰਾ ਕਰ ਸਕਦੇ ਹੋ? ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਲੀਅਰ ਨਹੀਂ ਲਿਖੀਆਂ ਹੁੰਦੀਆਂ ਐਂਡ ਜੀਟੀ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੀ ਰਿਜੈਕਸ਼ਨ ਦਾ ਕਾਰਨ ਬਣ ਸਕਦੀਆਂ ਨੇ। ਸੈਕਿੰਡ, ਜਿਹੜੇ ਸਟੂਡੈਂਟਸ 2021 ਪਾਸ ਆਊਟ ਨੇ 12ਵੀਂ, ਉਹਨਾਂ ਲਈ ਇਹ ਲਾਸਟ ਇਨਟੇਕ ਹੈ ਫਰਵਰੀ ਅਪਲਾਈ ਕਰਨ ਦੇ ਲਈ। ਉਹਦੇ ਲਈ ਯੂਨੀਵਰਸਿਟੀ ਤੁਹਾਡੇ ਕੋਲ ਗੈਪ ਪ੍ਰੂਫ ਜ਼ਰੂਰ ਮੰਗੇਗੀ ਕਿ ਤੁਸੀਂ ਪਿਛਲੇ 1 ਸਾਲ ਦੇ ਵਿੱਚ ਜਾਂ ਆਉਣ ਵਾਲੇ 6 ਮਹੀਨੇ ਜਿਹੜੇ ਫਰਵਰੀ ਤੱਕ ਉਹਦੇ ਵਿੱਚ ਕੀ ਕਰ ਰਹੇ ਹੋ ਗੈਪ ਦੇ ਵਿੱਚ। ਜਿਹੜੇ ਵੀ ਸਟੂਡੈਂਟਸ ਇੱਥੇ ਆਪਣੀ ਗ੍ਰੈਜੂਏਸ਼ਨ ਕਰ ਰਹੇ ਨੇ ਜਾਂ ਗ੍ਰੈਜੂਏਸ਼ਨ ਸਟਾਰਟ ਕੀਤੀ ਹੋਈ ਹੈ, ਯੂਨੀਵਰਸਿਟੀਜ਼ ਦੇ ਲਈ ਡਾਕੂਮੈਂਟੇਸ਼ਨ ਸਟਰੋਂਗ ਜ਼ਰੂਰ ਚਾਹੀਦੀ ਹੈ। ਕਿਤੇ ਤੁਸੀਂ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕੋਈ ਪ੍ਰਾਈਵੇਟ ਡਿਪਲੋਮਾ ਕਰਦਾ ਸੀ 6 ਮਹੀਨੇ ਦਾ ਜੀ, ਮੈਂ ਕੁਕਰੀ ਦਾ ਕੰਮ ਸਿੱਖ ਲਿਆ ਜੀ, ਹੋਟਲ ਮੈਨੇਜਮੈਂਟ ਦਾ ਕੰਮ ਸਿੱਖ ਲਿਆ, ਕੋਈ ITI ਕਰ ਲਈ ਜੀ, ਤਾਂ ਯਾਦ ਰੱਖਣਾ ਜੀਟੀ ਰਿਜੈਕਟ ਹੋਏਗੀ। ਇੱਥੇ ਤੁਹਾਡੇ ਏਜੰਟਸ ਨੂੰ ਤੁਹਾਨੂੰ ਗਾਈਡ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਕਿ ਕਿਹੜੇ ਡਾਕੂਮੈਂਟੇਸ਼ਨ ਮੈਂ ਇੱਥੋਂ ਸ਼ੋਅ ਕਰਾਂ ਕਿ ਮੇਰੀ ਆਉਣ ਵਾਲੇ 3-4 ਮਹੀਨਿਆਂ ਦੇ ਵਿੱਚ ਫੈਬ ਇਨਟੇਕ ਦੇ ਲਈ ਜੀਟੀ ਅਪਰੂਵ ਹੋ ਜਾਏ, ਸੋ ਦੈਟ ਕਿ ਮੇਰੇ ਲਈ 2023 ਸਾਲ ਦਾ ਗੈਪ ਦਾ ਕਾਰਨ ਨਾ ਬਣੇ। ਹੁਣ ਅੱਗੇ ਜਿਹੜੇ ਸਟੂਡੈਂਟਸ ਗ੍ਰੈਜੂਏਸ਼ਨ ਕੀਤੀ ਹੋਈ ਹੈ, ਗ੍ਰੈਜੂਏਸ਼ਨ ਦੇ ਵਿੱਚ ਦੇਖੋ ਹਰ ਯੂਨੀਵਰਸਿਟੀ ਦਾ ਪੈਰਾਮੀਟਰ ਡਿਫਰੈਂਟ ਆ। ਕਿਤੇ ਵੀ ਇਹ ਕਾਨੂੰਨ ਦੇ ਵਿੱਚ ਨਹੀਂ ਲਿਖਿਆ ਹੋਇਆ ਕਿ ਤੁਹਾਡੀ ਇਹ ਇੱਕ ਲਾਅ ਜਿਹੜਾ ਹੈ ਸਾਰੀਆਂ ਯੂਨੀਵਰਸਿਟੀ 'ਤੇ ਇੰਪਲੀਮੈਂਟ ਹੁੰਦਾ। ਹਰ ਯੂਨੀਵਰਸਿਟੀ ਦੀ ਜੀਟੀ ਵੱਖਰੀ ਆ। ਤੁਹਾਡਾ ਵਿਆਹ 6 ਮਹੀਨੇ ਪੁਰਾਣਾ ਵਾ, ਸਾਲ ਪੁਰਾਣਾ ਵਾ, ਤੁਹਾਡੇ ਫੰਡ ਨਵੇਂ ਨੇ, 3 ਮਹੀਨੇ ਪੁਰਾਣੇ ਨੇ, 6 ਮਹੀਨੇ ਪੁਰਾਣੇ ਨੇ ਜਾਂ ਸਾਲ ਪੁਰਾਣੇ ਨੇ। ਤੁਹਾਨੂੰ ਸਮਝ ਹੋਣੀ ਚਾਹੀਦੀ ਹੈ ਕਿ ਏਜੰਟ ਜੇ ਤੁਹਾਨੂੰ ਸਿਟੀ ਜਾਂ ਯੂਨੀਵਰਸਿਟੀ ਗਾਈਡ ਕਰ ਰਿਹਾ ਉਹ ਐਜ਼ ਪਰ ਜੀਟੀ ਦੀ ਰਿਕੁਆਇਰਮੈਂਟ ਗਾਈਡ ਕਰ ਰਿਹਾ ਜਾਂ ਤੁਹਾਡੀ ਪ੍ਰੈਫਰੈਂਸ ਦੇ ਅਕੋਰਡਿੰਗ ਗਾਈਡ ਕਰ ਰਿਹਾ। ਕਿਉਂਕਿ ਬਹੁਤ ਸਾਰੀਆਂ ਫਾਈਲਾਂ ਦੇ ਵਿੱਚ ਆਪਾਂ ਦੇਖਿਆ ਹੁੰਦਾ ਕਿ ਬੱਚਾ ਕਹਿੰਦਾ ਮੈਂ ਮੈਲਬਨ ਜਾਣਾ ਵਾ, ਏਜੰਟ ਉਹਦੇ ਅਕੋਰਡਿੰਗ ਯੂਨੀਵਰਸਿਟੀ 'ਚ ਆਫਰ ਲੈਟਰ ਮੰਗਾ ਦਿੰਦਾ, ਬਟ ਜੀਟੀ ਦੇ ਟਾਈਮ ਦੇ ਉੱਤੇ ਰਿਜੈਕਸ਼ਨ ਦੇਖਣ ਨੂੰ ਮਿਲਦੀ ਆ, ਜਾਂ ਐਡੀਲੇਡ ਜਾਣਾ ਜਾਂ ਸਮ ਹੋਰ ਸਟੇਟਸ ਦੇ ਵਿੱਚ ਜਾਣਾ। ਇੱਦਾਂ ਦੀ ਕੋਈ ਵੀ ਪ੍ਰੈਫਰੈਂਸ ਆਪਣੀ ਪ੍ਰੋਫਾਈਲ ਨੂੰ ਦੇਖ ਕੇ ਰੱਖੋ। ਜੀਟੀ ਦੇ ਲਈ ਕਾਗਜ਼ਾਂ ਦੇ ਵਿੱਚ ਸਭ ਤੋਂ ਮੇਨ ਪਾਰਟ ਤੁਹਾਡਾ ਫੰਡਸ ਦਾ ਆਏਗਾ। ਫੰਡਸ ਦੇ ਵਿੱਚ ਫਿਰ ਮੈਂ ਬਾਰ-ਬਾਰ ਚੀਜ਼ ਕਰ ਰਿਹਾ, ਯੂਨੀਵਰਸਿਟੀ ਦੀ ਜੀਟੀ ਦੇ ਅਕੋਰਡਿੰਗ ਫੰਡਸ ਜਾਣੇ ਆ।
ਉੱਥੇ 3 ਮਹੀਨੇ ਪੁਰਾਣੇ ਆ, 6 ਮਹੀਨੇ ਪੁਰਾਣੇ ਆ, ਸਾਲ ਪੁਰਾਣੇ ਆ, ਇਹ ਲਾਅ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸੋ ਦੈਟ ਕਿ ਤੁਸੀਂ ਆਪਣਾ 3 ਤੋਂ 4 ਮਹੀਨੇ ਦਾ ਆਉਣ ਵਾਲਾ ਸਮਾਂ ਖਰਾਬ ਨਾ ਕਰੋ। ਸੈਕਿੰਡ ਚੀਜ਼, ਫੰਡ ਕੌਣ ਸ਼ੋਅ ਕਰ ਸਕਦਾ। ਕਈ ਐਪਲੀਕੇਸ਼ਨਸ ਆਪਾਂ ਦੇਖਦੇ ਹਾਂ ਜੀ, ਮੈਰਿਜ ਹੋਈ ਆ, ਸਾਰੇ ਦਾ ਸਾਰਾ ਪੈਸਾ ਜਿਹੜਾ ਹੈ ਮੁੰਡੇ ਵਾਲੇ ਪਰਿਵਾਰ ਵੱਲੋਂ ਸ਼ੋਅ ਕੀਤਾ ਜਾਂਦਾ, ਉਹ ਵੀ ਤੁਹਾਡੀ GT ਦਾ ਇੱਕ ਰਿਜੈਕਸ਼ਨ ਦਾ ਕਾਰਨ ਬਣਦਾ ਕਿਉਂਕਿ ਯੂਨੀਵਰਸਿਟੀ ਇਸ ਪੁਆਇੰਟ ਆਫ ਵਿਊ ਨਾਲ ਦੇਖਦੀ ਕਿਤੇ ਇਹਨੇ ਇਹ ਜਿਹੜਾ ਵਿਆਹ ਕਰਾਇਆ ਇਹ ਸਿਰਫ ਬਾਹਰ ਜਾਣ ਕਰਕੇ ਤਾਂ ਨਹੀਂ ਕਰਾਇਆ ਕਿ ਪੜ੍ਹਾਈ ਲਿਖਾਈ ਗ੍ਰੈਜੂਏਸ਼ਨ ਜਿਹੜੀ ਆ ਕੁੜੀ ਨੇ ਦੇਤੀ, 6.5 ਬੈਂਡ ਕੁੜੀ ਨੇ ਦਿੱਤੀ, ਮੁੰਡੇ ਵਾਲੇ ਪਾਸੋਂ ਸਿਰਫ ਤੇ ਸਿਰਫ ਪੈਸਾ ਹੀ ਲੱਗ ਰਿਹਾ ਵਾ, ਹੋਰ ਕੋਈ ਵੀ ਕੁਆਲੀਫਿਕੇਸ਼ਨ ਜਾਂ ਹੋਰ ਕੋਈ ਵੀ ਪਾਰਟ ਜਿਹੜਾ ਵਾ ਉਹ ਕੁੜੀ ਵਾਲੀ ਫੈਮਿਲੀ ਵਾਲੇ ਪਾਸਿਓਂ ਅਦਾ ਨਹੀਂ ਕੀਤਾ ਜਾ ਰਿਹਾ। ਇਸ ਕੇਸ 'ਚ ਮੈਂ ਸਟਰੋਂਗਲੀ ਐਡਵਾਈਜ਼ ਕਰਦਾ ਸਟੂਡੈਂਟਸ ਨੂੰ ਕਿ ਕੁੜੀ ਵਾਲੇ ਪਰਿਵਾਰ ਦੀ ਆਮਦਨ ਨਾਲ ਲਗਾ ਦਿਓ ਸੋ ਦੈਟ ਕਿ ਉਹਨਾਂ ਦੀ ਜੇ 10 ਤੋਂ 15 ਲੱਖ ਰੁਪਏ ਤੁਸੀਂ ਆਮਦਨ ਕੁੜੀ ਵਾਲੇ ਪਰਿਵਾਰ ਦੀ ਲਗਾ ਦੋਗੇ, ਫੰਡਸ ਮੁੰਡੇ ਵਾਲੇ ਪਰਿਵਾਰ ਦੇ ਵੀ ਦਿਖਾ ਰਹੇ ਹੋ, ਕਿਤੇ ਨਾ ਕਿਤੇ ਉਹ GT ਜਿਹੜੀ ਆ ਸਿੰਕ ਕਰੇਗੀ ਆਪਸ ਦੇ ਵਿੱਚ ਐਂਡ ਉਹਨੂੰ ਪ੍ਰੂਵ ਹੋਣ ਦੇ ਚਾਂਸਸ ਜ਼ਿਆਦਾ ਰਹਿਣਗੇ। ਜਾਂ ਫਿਰ ਕੋਸ਼ਿਸ਼ ਕਰੋ ਕਿ ਹਾਫ ਜਿਹੜੇ ਫੰਡਸ ਹੈ ਐਟਲੀਸਟ ਉਹ ਕੁੜੀ ਵਾਲੀ ਸਾਈਡ ਤੋਂ ਹੋਣ, ਹਾਫ ਜਿਹੜੇ ਫੰਡਸ ਹੈਗੇ ਉਹ ਮੁੰਡੇ ਵਾਲੀ ਫੈਮਿਲੀ ਦੇ ਵਿੱਚੋਂ ਦਿਖਾ ਦਿਓ ਤੁਸੀਂ। ਥਰਡ ਮੋਸਟ ਇੰਪੋਰਟੈਂਟ ਪਾਰਟ ਇਹਦਾ ਤੁਹਾਡਾ ਐਕਸਪੀਰੀਅੰਸ, ਕਿ ਤੁਸੀਂ 2 ਸਾਲ ਪਹਿਲਾਂ, 4 ਸਾਲ ਪਹਿਲਾਂ, 5 ਸਾਲ ਪਹਿਲਾਂ ਗ੍ਰੈਜੂਏਸ਼ਨ ਕੀਤੀ ਸੀ, ਤੁਸੀਂ ਜੌਬ ਕਰ ਰਹੇ ਸੀ, ਕੁਝ ਜੌਬ ਇਹੋ ਜਿਹੀਆਂ ਕੀਤੀਆਂ ਜਿੱਥੇ ਸੈਲਰੀ ਖਾਤੇ 'ਚ ਨਹੀਂ ਮਿਲੀ, ਜਾਂ ਕੁਝ ਜੌਬ ਇਹੋ ਜਿਹੀਆਂ ਕੀਤੀਆਂ ਸੈਲਰੀ ਖਾਤੇ 'ਚ ਮਿਲੀ ਬਟ ਬਹੁਤ ਘੱਟ ਤਨਖਾਹ ਦਾ ਸਕੇਲ ਸੀਗਾ, ਜਿੱਥੋਂ ਲੱਗਦਾ ਕਿ ਆਪਾਂ ਇੱਕਦਮ ਇੱਕ ਵੱਡੇ ਤਨਖਾਹ ਦੇ ਸਕੇਲ ਦੇ ਉੱਤੇ ਜਾਂ ਸੈਲਰੀ ਸਕੇਲ ਨੂੰ ਵਧਾ ਨਹੀਂ ਸਕਦੇ, ਜਿੱਥੇ ਕਿਤੇ ਨਾ ਕਿਤੇ ਨੌਨ GT ਦਾ ਸਾਹਮਣਾ ਕਰਨਾ ਪੈਂਦਾ। ਉੱਥੇ ਫਿਰ ਅਗੇਨ ਕਹਿਣਾ ਤੁਹਾਡੀ SOP ਬਹੁਤ ਵਧੀਆ ਰੋਲ ਪਲੇ ਕਰੇਗੀ ਕਿ ਕਿਹੜੇ ਹਾਲਾਤਾਂ 'ਚ ਤੁਸੀਂ ਜੌਬ ਕੀਤੀ, ਕਿੱਥੇ ਜੌਬ ਕੀਤੀ, ਉਹ ਬਹੁਤ ਵੱਡੀ ਕੰਪਨੀ ਸੀ ਜਾਂ ਬਹੁਤ ਛੋਟੀ ਕੰਪਨੀ ਸੀ, ਜਿੱਥੇ ਆਪਾਂ ਜਸਟੀਫਾਈ ਕਰ ਸਕੀਏ ਕਿ ਜੇ ਮੈਨੂੰ ਇਹ ਸੈਲਰੀ ਕੈਸ਼ ਮਿਲਦੀ ਸੀ ਤੇ ਕਿਉਂ ਮਿਲਦੀ ਸੀਗੀ, ਜੇ ਮੈਨੂੰ ਸੈਲਰੀ ਅਕਾਊਂਟ 'ਚ ਮਿਲਦੀ ਜਾਂ ਘੱਟ ਅਮਾਊਂਟ 'ਚ ਮਿਲਦੀ ਸੀ ਕਿਉਂ ਮੇਰੇ ਉੱਥੇ ਓਪਰਚੁਨਿਟੀਜ਼ ਜਿਹੜੀਆਂ ਇਸ ਲੈਵਲ ਦੀਆਂ ਸੀਗੀਆਂ। ਤੁਹਾਡੀ ਲੋਕਲ ਲੈਵਲ ਦੀ ਰਿਸਰਚ, ਤੁਹਾਡੇ ਪੜ੍ਹਾਈ ਤੋਂ ਬਾਅਦ ਫਿਊਚਰ ਦੇ ਪਲਾਨਸ, ਕਿੱਦਾਂ ਦੀ ਜੌਬਸ ਜਿਹੜੀ ਆ ਤੁਸੀਂ ਕਰੋਗੇ ਜਿਹੜੀ ਇਹ ਸਟੱਡੀ ਤੋਂ ਬਾਅਦ ਤੁਹਾਨੂੰ ਇੱਕਦਮ ਜਿਹੜੀ ਆ ਹਾਈ ਲੈਵਲ ਦੇ ਉੱਤੇ ਲੈ ਕੇ ਜਾ ਸਕਦੀ ਹੈ। ਇਹ ਸਾਰੀਆਂ ਚੀਜ਼ਾਂ GT ਦੇ ਵਿੱਚ ਤੁਹਾਡਾ ਬਹੁਤ ਵਧੀਆ ਰੋਲ ਪਲੇ ਕਰਨਗੀਆਂ। ਬਟ ਫਿਰ ਮੈਂ ਬਾਰ-ਬਾਰ ਕਹਿ ਰਿਹਾ, ਇੱਕ ਗਲਤੀ ਕੀਤੀ ਹੋਈ ਤੁਹਾਡੀ ਅਗਲੇ 4 ਮਹੀਨੇ ਖਰਾਬ ਕਰ ਸਕਦੀ ਹੈ। ਇੱਕ ਰਾਈਟ ਫੈਸਲਾ ਲਿਆ ਹੋਇਆ, ਇੱਕ ਸਹੀ ਡਾਕੂਮੈਂਟਸ ਤੁਹਾਡੇ ਲੈ ਕੇ ਆਏ ਹੋਏ ਤੁਹਾਨੂੰ ਫੈਬ ਇਨਟੇਕ ਦੇ ਵਿੱਚ ਆਸਟ੍ਰੇਲੀਆ ਪਹੁੰਚਾ ਸਕਦੀ ਆ। ਏਜੰਟਸ ਨੂੰ ਜ਼ਰੂਰ ਧਿਆਨ ਨਾਲ ਦੇਖੋ ਕਿ ਕਿੱਥੋਂ ਫਾਈਲ ਆ ਰਹੇ ਹੋ, ਕਿਵੇਂ ਦੀ ਫਾਈਲ ਆ ਰਹੇ ਹੋ, ਉਸ ਬੰਦੇ ਕੋ ਖੁਦ ਆਸਟ੍ਰੇਲੀਆ ਦਾ ਕਿੰਨਾ ਕੁ ਤਜਰਬਾ ਵਾ, ਕਿਤੇ ਉਹ ਪਿਛਲੇ 4-5 ਸਾਲ ਤੋਂ ਕੈਨੇਡਾ ਦੀਆਂ ਫਾਈਲਾਂ ਤਾਂ ਨਹੀਂ ਕਰਦਾ ਆ ਰਿਹਾ, ਉਸੇ ਫਾਈਲ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੀ ਫਾਈਲ ਲਗਾ ਦੇਗਾ ਤੇ GT ਦਾ ਰਿਜੈਕਸ਼ਨ ਦਾ ਸਾਹਮਣਾ ਹੀ ਕਰਨਾ ਪਏਗਾ। ਉਸ ਤੋਂ ਬਾਅਦ ਮੋਸਟ ਇੰਪੋਰਟੈਂਟ ਤੁਹਾਡੇ ਫਾਈਨੈਂਸ਼ੀਅਲ ਐਸੈਟਸ, ਜਿੱਥੇ ਲੋਕੀ ਕਹਿੰਦੇ ਨੇ CA ਦੀਆਂ ਰਿਪੋਰਟਸ ਜਾਂ ਵੈਲਿਊਏਸ਼ਨ ਰਿਪੋਰਟਸ ਹੁੰਦੀਆਂ, ਇਸ ਚੀਜ਼ ਤੋਂ ਮੈਂ ਕਹਿੰਦਾ ਕਈ ਐਪਲੀਕੇਸ਼ਨਸ ਦੇ ਵਿੱਚ ਮੈਂ ਦੇਖਿਆ ਕਿ ਪਰਿਵਾਰ ਦੀ ਜਿਹੜੀ ਪ੍ਰਾਪਰਟੀ ਆ ਉਹ 50 ਲੱਖ 60 ਲੱਖ ਜਾਂ 70 ਲੱਖ ਤੋਂ ਵੱਧ ਉਹਦੀ ਕੀਮਤ ਨਹੀਂ ਹੁੰਦੀ, ਬਟ ਬੱਚਾ ਉਹ ਵੀ ਐਪਲੀਕੇਸ਼ਨ ਦੇ ਵਿੱਚ ਸ਼ੋਅ ਕਰ ਦਿੰਦਾ ਜਸਟ ਟੂ ਕੰਪਲੀਟ ਦਾ ਚੈੱਕਲਿਸਟ ਕਿ ਹਾਂ ਜੀ ਮੈਨੂੰ ਤੇ ਵੈਲਿਊਏਸ਼ਨ ਰਿਪੋਰਟ ਸ਼ੋਅ ਕਰਨੀ ਆ। ਉਹ ਇੱਕ ਨੈਗੇਟਿਵ ਇੰਪੈਕਟ ਆ, ਕਿਉਂਕਿ ਜੇ ਤੁਸੀਂ ਆਪਣੀ 3 ਸਾਲ ਦੀ ਜਾਂ 2 ਸਾਲ ਦੀ 40 ਤੋਂ 50 ਲੱਖ ਰੁਪਇਆ ਜਾਂ 30 ਲੱਖ ਰੁਪਇਆ ਫੀਸ ਪੇ ਕਰਨੀ ਆ, ਤੁਸੀਂ ਆਪਣੀ ਪ੍ਰਾਪਰਟੀ ਵੇਚ ਕੇ ਨਹੀਂ ਬਾਹਰ ਜਾਓਗੇ। ਸੋ ਉਸ ਪ੍ਰਾਪਰਟੀ ਵੈਲਿਊਏਸ਼ਨ ਤੁਹਾਨੂੰ GT ਰਿਜੈਕਸ਼ਨ ਵਾਲੇ ਪਾਸੇ ਲੈ ਕੇ ਜਾਏਗੀ। ਇਟਸ ਬੈਟਰ ਆ ਤੁਸੀਂ ਆਪਣੀ ਸਟਰੋਂਗ ਇਨਕਮ ਵਾਲੇ ਪਾਸੇ ਧਿਆਨ ਦਿਓ, ਜਾਂ ਤੁਸੀਂ ਆਪਣੀ ਪ੍ਰਾਪਰਟੀ ਵੈਲਿਊਏਸ਼ਨ ਅਗਰ ਤੁਹਾਡੀ ਪਲੱਸ 1.5 ਲੱਖ ਕਰੋੜ 2 ਕਰੋੜ ਤੋਂ ਪਲੱਸ ਦੀ ਪ੍ਰਾਪਰਟੀ ਵੈਲਿਊਏਸ਼ਨ ਰਿਪੋਰਟ ਹੈਗੀ, ਫਿਰ ਉਹਨੂੰ ਯੂਜ਼ ਜ਼ਰੂਰ ਕਰੋ ਸੋ ਦੈਟ ਕਿ ਉਹਨਾਂ ਨੂੰ ਇਹ ਇੰਪੈਕਟ ਪਵੇ ਵੀ ਤੁਸੀਂ ਸਟੱਡੀ ਤੋਂ ਬਾਅਦ ਵਾਪਸ ਆ ਕੇ ਫਿਊਚਰ 'ਚ ਕਰੋਗੇ ਕੀ, ਐਂਡ ਤੁਹਾਡੇ ਪਰਿਵਾਰ ਕੋਲ ਇੰਨਾ ਕੁ ਪੈਸਾ ਹੈਗਾ ਕਿ ਉਹ ਤੁਹਾਨੂੰ ਫਾਈਨੈਂਸ਼ੀਅਲੀ ਸਪੋਰਟ ਕਰ ਸਕਦੇ ਨੇ ਬਾਹਰ ਪੜ੍ਹਨ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਆਸਟ੍ਰੇਲੀਆ ਦੀ ਇੱਕ GT ਦੇ ਵਿੱਚ ਆਉਂਦੀਆਂ ਨੇ, ਇਹਨੂੰ ਇਦਾਂ ਲੈ ਕੇ ਚੱਲ ਸਕਦੇ ਹੋ ਕਿ ਜਦੋਂ ਛੋਟੇ ਹੁੰਦੇ ਆਪਾਂ ਪੜ੍ਹਦੇ ਸੀ, ਇੱਕ ਕਲਾਸ ਦੇ ਵਿੱਚ ਕਿਹਾ ਜਾਂਦਾ ਸੀਗਾ ਸਬਜੈਕਟ ਸੀਗਾ ਮੈਥਮੈਟਿਕਸ, ਜੇ ਤੋਂ ਸਾਰੇ ਬੱਚੇ ਭੱਜਦੇ ਸੀ, ਔਰ ਉਸ ਸਬਜੈਕਟ ਦੀ ਸਭ ਤੋਂ ਵਧੀਆ ਗੱਲ ਕੀ ਸੀ ਕਿ ਜੇ ਕੋਈ ਬੰਦਾ 100 ਨੰਬਰ ਪੂਰੇ ਲੈ ਸਕਦਾ ਸੀ, ਉਹ ਸਿਰਫ ਤੇ ਸਿਰਫ ਮੈਥ 'ਚੋਂ ਲੈ ਸਕਦਾ ਸੀ, ਹੋਰ ਕਿਸੇ ਵੀ ਸਬਜੈਕਟ 'ਚੋਂ 100 ਪੂਰੇ ਨੰਬਰ ਨਹੀਂ ਆਉਂਦੇ ਸੀ। ਉਹਦਾ ਕਾਰਨ ਕੀ ਸੀ? ਤੁਹਾਡੀ ਫਾਰਮੂਲਿਆਂ ਦੇ ਉੱਤੇ ਗ੍ਰਿਪ ਸੋਲਿਡ ਚਾਹੀਦੀ ਆ, ਜਿਹਨੂੰ ਫਾਰਮੂਲਾਜ਼ ਆਉਂਦੇ ਸੀ ਆਟੋਮੈਟਿਕਲੀ ਉਹਦੇ ਸਵਾਲ ਸੀ ਹੁੰਦੇ ਸੀ। ਇਹੀ ਚੀਜ਼ ਸਿਰਫ ਤੇ ਸਿਰਫ ਆਸਟ੍ਰੇਲੀਆ ਦੀ GT 'ਚ ਆ। ਜੇ ਤੁਸੀਂ ਆਪਣੀ ਚੈੱਕਲਿਸਟ ਦੇ ਪ੍ਰੋਪਰ ਡਾਕੂਮੈਂਟਸ ਲਗਾਏ ਨੇ, ਫਾਰਮੂਲੇਜ਼ ਪ੍ਰੋਪਰ ਸੈੱਟ ਕੀਤੇ ਨੇ, GT ਫੋਲੋ ਕਰ ਰਹੇ ਯੂਨੀਵਰਸਿਟੀ ਦੀ, ਤਾਂ ਮੈਂ ਕਿਤੇ ਨਾ ਕਿਤੇ ਕਹੂੰਗਾ ਰਿਜ਼ਲਟ ਦਾ ਸਕਸੈਸ ਰੇਟ 100% ਰਹੇਗਾ। ਅਦਰਵਾਈਜ਼ ਨਹੀਂ ਤੇ 0 ਵੀ ਉਹਦੇ ਵਿੱਚੋਂ ਆਉਂਦਾ, ਆਪਾਂ ਦੇਖਿਆ ਹੋਇਆ ਵਾ ਮੈਥ ਦੇ ਪੇਪਰਸ ਦੇ ਵਿੱਚੋਂ ਤੁਹਾਡੀ GT ਦਾ ਰਿਜ਼ਲਟ ਵੀ 0 ਹੋ ਸਕਦਾ ਜੇ ਕਿਤੇ ਵੀ ਤੁਸੀਂ ਇਦਾਂ ਦੀ ਗਲਤੀ ਕਰਦੇ ਹੋ। ਸੋ ਟਾਈਮ ਨਾ ਵੇਸਟ ਕਰੋ, ਇਹ ਰਾਈਟ ਟਾਈਮ ਹੈ ਫੈਬ ਇਨਟੇਕ ਆਸਟ੍ਰੇਲੀਆ ਦੇ ਅਪਲਾਈ ਕਰਨ ਦੇ ਲਈ। ਹੁਣੇ ਫੋਨ ਚੁੱਕੋ, ਕਾਲ ਕਰੋ 90419 90419 ਤੇ ESS ਗਲੋਬਲ ਦੀ ਐਕਸਪਰਟ ਟੀਮ ਨਾਲ ਮਿਲ ਕੇ ਆਪਣੀ ਫਾਈਲ ਰਜਿਸਟਰ ਕਰੋ। ਧੰਨਵਾਦ।